ਤਾ ਉਮਰ ਦਾ ਮੁਰੀਦ ਬਣਾ ਬੈਠਣ ਨੇ ਖੱਜਲ ਖਵਾਰੀ ਚ ਵੇਲਾ ਗੁਜ਼ਾਰਦੀਆਂ, ਪਰ ਉਹ ਖਾਹਿਸ਼ਾਂ ਅਵਲ ਅਲਾਮਤਾਂ ਨੇ ਜੋ ਆਪੇ ਦੀ ਨੁਹਾਰ ਸਵਾਰਦੀਆਂ। ਆਤਮ ਬੁੱਝ ਮੂਲ ਕਿਸੇ ਕਿਸੇ ਦੀ ਸਮਝ ਆਵਣ, ਜੋ ਰਮਜ਼ਾਂ ਨੇ ਪਾਰਲੇ ਪਾਰ ਦੀਆਂ, ਜੋ ਸਮਝਾਂ ਨੇ ਪਾਰਲੇ ਪਾਰ ਦੀਆਂ। ਤੂੰ ਸਤ ਅਖੰਡ ਜੋਤ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਦਾ ਬੋਲਣ ਦਾ ਪਹਿਲੂ ਹੈ, ਕਿਉਂ ਨਹੀਂ ਰੱਬ ਮਿਲਦਾ। ਇਸ ਜੀਵਨ ਵਿੱਚ ਕੋਈ ਵੀ ਕੰਮ ਅਸੰਭਵ ਉਦੋਂ ਹੁੰਦਾ ਹੈ ਜਦੋਂ ਸਾਡੇ ਅੰਦਰ ਉਸ ਕੰਮ ਨੂੰ ਕਰਨ ਪ੍ਰਤੀ ਕੋਈ ਇੱਛਾ ਨਹੀਂ ਹੁੰਦੀ, ਕੋਈ ਇੰਟਰਸਟ ਨਹੀਂ ਹੁੰਦਾ। ਇਸ ਦੀ ਸਮਝ ਅੱਜ ਅਸੀਂ ਇਸ ਕਹਾਣੀ ਤੋਂ ਲੈਂਦੇ ਹਾਂ। ਇੱਕ ਵਾਰ ਦੀ ਗੱਲ ਹੈ, ਮਹਾਤਮਾ ਬੁੱਧ ਚੱਲਦੇ ਚੱਲਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਹੁੰਚੇ। ਜਦੋਂ ਉਸ ਪਿੰਡ ਦੇ ਲੋਕਾਂ ਨੂੰ ਮਹਾਤਮਾ ਬੁੱਧ ਦੇ ਆਉਣ ਦੀ ਸੂਚਨਾ ਮਿਲੀ ਤਾਂ ਲੋਕ ਉਹਨਾਂ ਕੋਲ ਆਪਣੇ ਪ੍ਰਸ਼ਨਾਂ ਦੇ ਉੱਤਰ ਜਾਣਨ ਲਈ ਆ ਪਹੁੰਚੇ। ਸਾਰੇ ਲੋਕ ਇੱਕ ਇੱਕ ਕਰਕੇ ਪ੍ਰਸ਼ਨ ਪੁੱਛਦੇ ਗਏ ਤੇ ਸੰਤੁਸ਼ਟੀ ਨਾਲ ਵਾਪਸ ਚਲੇ ਗਏ। ਇੱਕ ਵਿਅਕਤੀ ਚੁੱਪਚਾਪ ਉੱਥੇ ਬੈਠਾ ਸਭ ਕੁਝ ਸੁਣ ਰਿਹਾ ਸੀ। ਸਾਰਿਆਂ ਦੇ ਉੱਥੋਂ ਚਲੇ ਜਾਣ ਤੋਂ ਬਾਅਦ ਉਹ ਵਿਅਕਤੀ ਮਹਾਤਮਾ ਬੁੱਧ ਕੋਲ ਗਿਆ ਤੇ ਕਹਿਣ ਲੱਗਾ ਕਿ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ ਨੇ, ਮੈਂ ਵੀ ਤੁਹਾਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਤੁਸੀਂ ਕਹਿੰਦੇ ਹੋ ਕਿ ਸਾਰੇ ਲੋਕ ਆਤਮ ਗਿਆਨ ਨੂੰ ਪ੍ਰਾਪਤ ਕਰ ਸਕਦੇ ਨੇ। ਅਗਰ ਸਾਰੇ ਲੋਕ ਆਤਮ ਗਿਆਨੀ ਹੋ ਸਕਦੇ ਨੇ ਤਾਂ ਫਿਰ ਸਾਰੇ ਲੋਕ ਆਤਮ ਗਿਆਨੀ ਕਿਉਂ ਨਹੀਂ ਹੋ ਜਾਂਦੇ? ਤਾਂ ਮਹਾਤਮਾ ਬੁੱਧ ਕਹਿਣ ਲੱਗੇ, ਤੁਸੀਂ ਇੱਕ ਕੰਮ ਕਰੋ, ਤੁਸੀਂ ਆਪਣੇ ਪਿੰਡ ਦੇ ਸਾਰੇ ਲੋਕਾਂ ਦੀ ਇੱਕ ਸੂਚੀ ਬਣਾਓ। ਸੂਚੀ ਵਿੱਚ ਉਹਨਾਂ ਦਾ ਨਾਮ ਲਿਖ ਕੇ ਉਹਨਾਂ ਦੀਆਂ ਇੱਛਾਵਾਂ ਨੂੰ ਲਿਖ ਕੇ ਲੈ ਆਉਣਾ। ਉਹ ਛੋਟਾ ਪਿੰਡ ਸੀ, ਇਸ ਲਈ ਵਸੋਂ ਵੀ ਘੱਟ ਸੀ ਤੇ ਉਹ ਵਿਅਕਤੀ ਇਸ ਕੰਮ ਲਈ ਮੰਨ ਗਿਆ। ਉਹ ਵਾਰੀ-ਵਾਰੀ ਸਾਰਿਆਂ ਦੇ ਘਰ ਗਿਆ ਤੇ ਉਹਨਾਂ ਕੋਲੋਂ ਉਹਨਾਂ ਦੀਆਂ ਇੱਛਾਵਾਂ ਪੁੱਛੀਆਂ। ਸਾਰੇ ਲੋਕ ਆਪਣੀਆਂ ਇੱਛਾਵਾਂ ਦੱਸਣ ਲਈ ਤਿਆਰ ਹੋ ਗਏ। ਉਸ ਵਿਅਕਤੀ ਨੇ ਹਰ ਇੱਕ ਦੇ ਨਾਮ ਅੱਗੇ ਉਸਦੀ ਇੱਛਾ ਲਿਖ ਦਿੱਤੀ। ਅਗਲੀ ਸਵੇਰ ਉਹ ਮਹਾਤਮਾ ਬੁੱਧ ਕੋਲ ਗਿਆ ਤੇ ਉਹਨਾਂ ਨੂੰ ਉਸਨੇ ਉਹ ਸੂਚੀ ਦੇ ਦਿੱਤੀ। ਮਹਾਤਮਾ ਬੁੱਧ ਕਹਿਣ ਲੱਗੇ, ਹੁਣ ਦੱਸੋ ਇਹਨਾਂ ਲੋਕਾਂ ਵਿੱਚੋਂ ਕਿੰਨੇ ਲੋਕ ਆਤਮ ਗਿਆਨੀ ਹੋਣਾ ਚਾਹੁੰਦੇ ਨੇ? ਤਾਂ ਉਹ ਵਿਅਕਤੀ ਚਕਿਤ ਰਹਿ ਗਿਆ, ਕਿਉਂਕਿ ਉਸ ਪਿੰਡ ਵਿੱਚ ਆਤਮ ਗਿਆਨ ਨੂੰ ਪ੍ਰਾਪਤ ਕਰਨ ਦੀ ਕਿਸੇ ਇੱਕ ਵੀ ਵਿਅਕਤੀ ਦੀ ਇੱਛਾ ਨਹੀਂ ਸੀ। ਫਿਰ ਮਹਾਤਮਾ ਬੁੱਧ ਉਸ ਨੂੰ ਸਮਝਾਉਣ ਲੱਗੇ ਕਿ ਸਾਰੇ ਲੋਕ ਆਤਮ ਗਿਆਨੀ ਹੋ ਸਕਦੇ ਨੇ, ਪਰ ਤੁਸੀਂ ਵੇਖ ਹੀ ਚੁੱਕੇ ਹੋ ਕਿ ਕੋਈ ਵੀ ਆਤਮ ਗਿਆਨੀ ਹੋਣਾ ਨਹੀਂ ਚਾਹੁੰਦਾ। ਬਿਨਾਂ ਕਿਸੇ ਇੱਛਾ ਦੇ ਕੋਈ ਵਿਅਕਤੀ ਕਿਵੇਂ ਕਿਸੇ ਚੀਜ਼ ਨੂੰ ਪਾ ਸਕਦਾ ਹੈ? ਫਿਰ ਮਹਾਤਮਾ ਬੁੱਧ ਕਹਿਣ ਲੱਗੇ, ਬਹੁਤੇ ਲੋਕ ਤਾਂ ਇਹੀ ਸੋਚਦੇ ਨੇ ਕਿ ਉਹ ਆਤਮ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਉਹ ਇਸ ਨੂੰ ਅਸੰਭਵ ਮੰਨਦੇ ਨੇ ਤੇ ਇਸ ਲਈ ਆਤਮ ਗਿਆਨ ਨੂੰ ਪ੍ਰਾਪਤ ਕਰਨ ਦੀ ਇੱਛਾ ਵੀ ਨਹੀਂ ਕਰਦੇ। ਫਿਰ ਉਹ ਵਿਅਕਤੀ ਸਮਝ ਗਿਆ ਕਿ ਸਾਰੇ ਲੋਕ ਆਤਮ ਗਿਆਨ ਨੂੰ ਪ੍ਰਾਪਤ ਤਾਂ ਕਰ ਸਕਦੇ ਨੇ, ਪਰ ਇਸ ਦੀ ਇੱਛਾ ਰੱਖਣ ਵਾਲੇ ਬਹੁਤ ਘੱਟ ਹੁੰਦੇ ਨੇ। ਜੋ ਇੱਛਾ ਰੱਖਦੇ ਨੇ ਉਹਨਾਂ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। ਸੋ ਜੀਵਨ ਵਿੱਚ ਕਈ ਕੰਮਾਂ ਪ੍ਰਤੀ ਜਾਂ ਉਚੇਰੇ ਮਾਰਗ ਤੇ ਚੱਲਣ ਲਈ ਆਪਣੇ ਆਪ ਨੂੰ ਨਿਰਬਲ ਮੰਨ ਲੈਣ ਦਾ ਰਵੱਈਆ ਤਕਰੀਬਨ ਸਾਡੇ ਵਿੱਚੋਂ ਬਹੁਤਿਆਂ ਦਾ ਹੁੰਦਾ ਹੈ ਕਿ ਬਹੁਤ ਸਾਰੇ ਖੇਤਰਾਂ ਵਿੱਚ ਜਾਣ ਤੋਂ ਜਾਂ ਕਿਸੇ ਉਚੇਰੇ ਪੱਧਰ ਦੇ ਕਰਮ ਨੂੰ ਅਸੀਂ ਆਪਣੇ ਲਈ ਅਸੰਭਵ ਮੰਨ ਕੇ ਬੈਠੇ ਹੋਏ ਹਾਂ ਕਿ ਆਹ ਕੰਮ ਕਰਨਾ ਜਾਂ ਇਸ ਫੀਲਡ ਖੇਤਰ ਵਿੱਚ ਜਾਣਾ ਸਾਡਾ ਕੰਮ ਨਹੀਂ, ਅਸੀਂ ਇਹ ਨਹੀਂ ਕਰ ਸਕਦੇ। ਅਸੀਂ ਅਕਸਰ ਹੀ ਇਹ ਰਵੱਈਆ ਰੱਖਦੇ ਹਾਂ ਕਿ ਜਿੱਥੋਂ ਤੱਕ ਸੀਮਤ ਹਾਂ ਬਹੁਤ ਵਧੀਆ ਹਾਂ, ਇਹ ਸਾਥੋਂ ਨਹੀਂ ਹੋਣਾ, ਇਹ ਸਾਡੀਆਂ ਧਾਰਨਾਵਾਂ ਹੁੰਦੀਆਂ ਨੇ। ਤੇ ਇਹਨਾਂ ਧਾਰਨਾਵਾਂ ਦੀ ਵਜ੍ਹਾ ਇੱਕੋ ਇੱਕ ਹੈ ਕਿ ਸਾਡੀ ਜਿਨ੍ਹਾਂ ਕੰਮਾਂ ਪ੍ਰਤੀ ਕੋਈ ਇੱਛਾ ਨਹੀਂ ਹੁੰਦੀ ਉਹ ਸਾਡੇ ਲਈ ਅਸੰਭਵ ਹੋ ਜਾਂਦੇ ਨੇ, ਕਿਉਂਕਿ ਜਿਨ੍ਹਾਂ ਕੰਮਾਂ ਪ੍ਰਤੀ ਸਾਡੀ ਇੱਛਾ ਹੁੰਦੀ ਹੈ, ਜਿਨ੍ਹਾਂ ਦੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ, ਉੱਥੇ ਅਸੀਂ ਜੀ ਜਾਨ ਲਾ ਕੇ ਜਜ਼ਬੇ ਜਨੂਨ ਤਹਿਤ ਆਪਣੀ ਚਾਹਨਾ ਨੂੰ ਪੂਰਾ ਕਰਨ ਲਈ ਸੰਘਰਸ਼ ਵੀ ਕਰਦੇ ਹਾਂ। ਹੁਣ ਜੇ ਗੌਰ ਨਾਲ ਵਾਚੀਏ ਆਪਣੀਆਂ ਖਾਹਿਸ਼ਾਂ ਨੂੰ ਕਿ ਸਾਡੀਆਂ ਜਿੰਨੀਆਂ ਵੀ ਇੱਛਾਵਾਂ ਖਾਹਿਸ਼ਾਂ ਹੁੰਦੀਆਂ ਨੇ ਉਹ ਸਭ ਸੰਸਾਰੀ ਤਲ ਦੀਆਂ ਨੇ, ਬਾਹਰੀ ਮਟੀਰੀਅਲ ਨੂੰ ਪਾਉਣ ਦੀਆਂ ਨੇ, ਇਸ ਨੂੰ ਵਧਾਉਣ ਦੀਆਂ ਨੇ, ਇਸ ਦੇ ਵਿਕਾਸ ਕਰਨ ਦੀਆਂ ਹੁੰਦੀਆਂ ਨੇ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਇਹ ਸਾਡੀ ਜ਼ਰੂਰਤ ਨੇ, ਸਾਡੀਆਂ ਲੋੜਾਂ ਨੇ ਤੇ ਇਹਨਾਂ ਨੂੰ ਪੂਰਾ ਕਰਨ ਦੀ ਚਾਹਤ, ਇਹਨਾਂ ਪ੍ਰਤੀ ਦ੍ਰਿੜਤਾ, ਸੰਕਲਪ ਵੀ ਸਾਡੇ ਅੰਦਰ ਪੂਰੇ ਮਜ਼ਬੂਤ ਹੁੰਦੇ ਨੇ। ਪਰ ਦੇਖਿਆ ਜਾਵੇ ਤਾਂ ਇਹ ਸਭ ਇੱਛਾਵਾਂ ਜੋ ਭੌਤਿਕ ਤਲ ਦੇ ਵਿਕਾਸ ਲਈ ਨੇ, ਇਹ ਸਭ ਸੰਸਾਰਕ ਲੋੜਾਂ ਤੋਂ ਹੀ ਉਪਜੀਆਂ ਨੇ, ਕਿਉਂਕਿ ਸਾਡੀ ਪਹਿਲ ਹੀ ਸਰੀਰਕ ਤੇ ਸੰਸਾਰਕ ਹੈ। ਪਰ ਇਹ ਜੋ ਸੰਸਾਰਕ ਖਾਹਿਸ਼ਾਂ ਇੱਛਾਵਾਂ ਨੇ, ਇਹ ਸਾਡੇ ਜੀਵਨ ਦੇ ਅਸਲ ਮਨੋਰਥ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਸ ਨੂੰ ਪੂਰਾ ਕਰਨ ਵਿੱਚ ਸਹਾਈ ਨਹੀਂ ਹੁੰਦੀਆਂ ਤੇ ਨਾ ਹੀ ਇਹਨਾਂ ਦੀ ਪੂਰਤੀ ਇਨਸਾਨ ਨੂੰ ਕੋਈ ਸਦੀਵੀ ਸੁੱਖ ਜੋ ਮਟੀਰੀਅਲ ਤੋਂ ਪਰੇ ਦਾ ਸੁੱਖ ਹੈ ਉਹ ਦੇ ਸਕਦੀਆਂ ਨੇ। ਨਾ ਹੀ ਪਾਰ ਲੋਕ ਵਿੱਚ ਸਰੀਰ ਛੱਡਣ ਤੋਂ ਬਾਅਦ ਇਹਨਾਂ ਦਾ ਕੋਈ ਬੈਨੀਫਿਟ ਹੁੰਦਾ ਹੈ।
ਤੇ ਨਾ ਹੀ ਸੰਸਾਰਕ ਖਾਹਿਸ਼ਾਂ ਸਾਨੂੰ ਕੋਈ ਇਸ ਸੰਸਾਰਕ ਤਲ ਦੀ ਖੇਡ ਤੋਂ ਉੱਪਰ ਉਠਾ ਕੇ ਇਸ ਦਾ ਗਿਆਨ ਦੇ ਸਕਦੀਆਂ ਨੇ। ਅਸੀਂ ਇਕੱਲੇ ਸੰਸਾਰੀ ਜੀਵ ਹੀ ਨਹੀਂ, ਅਸੀਂ ਜੀਵ ਦੇ ਨਾਲ ਆਤਮਾ ਯਾਨੀ ਜੀਵ ਆਤਮਾ ਦੇ ਰੂਪ ਵਿੱਚ ਹਾਂ। ਪਰ ਅਸੀਂ ਆਪਣੇ ਇਸ ਆਤਮਕ ਸਰੂਪ ਦੀ ਪੜਚੋਲ ਹੀ ਨਹੀਂ ਕਰਦੇ। ਗੁਰੂ ਗੁਰਬਾਣੀ ਫਰਮਾਨ ਹੈ, ਆਤਮ ਨਾ ਚੀਨੈ ਭਰਮੈ ਵਿੱਚ ਸੂਤਾ, ਤੇ ਭਰਮ ਵਿੱਚ ਸੁੱਤੇ ਹੋਣ ਕਾਰਨ ਅਸੀਂ ਅੰਦਰ ਦੇ ਆਤਮਕ ਤਲ ਦਾ ਗਿਆਨ ਪ੍ਰਾਪਤ ਕਰਨ ਦੀ, ਪਰਮਾਤਮਾ ਨੂੰ ਖੋਜਣ ਦੀ ਕੋਈ ਇੱਛਾ ਹੀ ਨਹੀਂ ਰੱਖਦੇ ਤੇ ਅਸੀਂ ਸਹਿਜੇ ਹੀ ਇਸ ਤਲ ਨੂੰ ਪਾਉਣਾ, ਖੋਜਣਾ ਜਾਂ ਜਾਣਨਾ ਸਾਡੇ ਲਈ ਅਸੰਭਵ ਹੈ ਇਹ ਕਹਿ ਕੇ ਛੱਡ ਦਿੰਦੇ ਹਾਂ। ਇਸ ਤੋਂ ਅੱਗੇ ਅਕਸਰ ਹੀ ਸਾਡੇ ਵਿੱਚੋਂ ਬਹੁਤਿਆਂ ਦਾ ਇਹ ਜਵਾਬ ਹੁੰਦਾ ਹੈ ਜਾਂ ਧਾਰਨਾ ਹੁੰਦੀ ਹੈ ਕਿ ਇਹ ਕੰਮ ਜੋਗੀਆਂ, ਸੰਨਿਆਸੀਆਂ ਜਾਂ ਧਿਆਨੀਆਂ ਦਾ ਹੈ, ਜਾਂ ਅਸੀਂ ਇਹ ਕਹਿ ਕੇ ਇਸ ਰਸਤੇ ਤੁਰਦੇ ਹੀ ਨਹੀਂ ਕਿ ਇਹ ਬਹੁਤ ਔਖਾ ਕੰਮ ਹੈ, ਕੋਈ ਵਿਰਲਾ ਹੀ ਇਸ ਤਲ ਤੱਕ ਪਹੁੰਚਦਾ ਹੈ। ਇਹ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਤੇ ਇਹਨਾਂ ਸਾਰੇ ਤੱਥਾਂ ਵਾਕਾਂ ਪਿੱਛੇ ਵੀ ਇਹੀ ਕਾਰਨ ਹੈ ਕਿ ਅਸੀਂ ਆਪਣੇ ਅੰਦਰ ਦੇ ਆਤਮਕ ਤਲ ਤੋਂ ਜਾਣੂ ਹੀ ਨਹੀਂ ਹਾਂ। ਅਸੀਂ ਭਰਮ ਵਿੱਚ ਸੁੱਤੇ ਹਾਂ, ਜਿਸ ਕਾਰਨ ਇਸ ਅਧਿਆਤਮਕ ਮਾਰਗ ਤੇ ਤੁਰਨ ਦੀ ਸਾਡੀ ਕੋਈ ਚਾਹ ਹੀ ਨਹੀਂ। ਤੇ ਜੇਕਰ ਚਾਹ ਨਾ ਹੋਵੇ ਤੇ ਮਾਰਗ ਕੋਈ ਔਖਾ ਨਹੀਂ, ਕੰਮ ਕੋਈ ਅਸੰਭਵ ਨਹੀਂ। ਪੁਰਾਣੀ ਕਹਾਵਤ ਅਨੁਸਾਰ ਜਿੱਥੇ ਚਾਹ ਉੱਥੇ ਰਾਹ। ਤੇ ਜਿਸ ਅਧਿਆਤਮਕ ਮਾਰਗ ਨੂੰ ਅਸੀਂ ਜੋਗੀਆਂ, ਸਾਧਾਂ, ਸੰਨਿਆਸੀਆਂ ਦਾ ਮਾਰਗ ਮੰਨਦੇ ਹਾਂ, ਇਹ ਜੋਗੀ, ਸੰਨਿਆਸੀ, ਸਾਧੂ, ਧਿਆਨੀ ਲੋਕ ਵੀ ਤਾਂ ਸਾਡੇ ਵਾਂਗ ਤੱਤਾਂ ਦੇ ਲੋਕ ਵਿੱਚ ਆਏ ਨੇ। ਲੇਕਿਨ ਫਰਕ ਸਿਰਫ ਇੰਨਾ ਹੈ ਕਿ ਇਹਨਾਂ ਦੀਆਂ ਇੱਛਾਵਾਂ ਸੰਸਾਰਕ ਨਹੀਂ, ਆਤਮਕ ਹੋਈਆਂ ਨੇ। ਇਹਨਾਂ ਨੇ ਆਪਣਾ ਆਤਮਕ ਤਲ ਪਛਾਣਿਆ ਹੈ ਤੇ ਆਪਣੇ ਅਸਲ ਮਨੋਰਥ ਦੀ ਪੂਰਤੀ ਕੀਤੀ ਹੈ। ਸੋ ਇਹ ਆਤਮਾ ਜੋ ਪਰਮਾਤਮਾ ਦੀ ਅੰਸ਼ ਹੈ, ਇਸ ਦਾ ਤਲ ਹਰ ਇੱਕ ਪ੍ਰਾਣੀ ਦੇ ਅੰਦਰ ਮੌਜੂਦ ਹੈ, ਸਾਡੇ ਸਭ ਦੇ ਅੰਦਰ ਹੈ। ਗੁਰੂ ਗੁਰਬਾਣੀ ਦਾ ਫਰਮਾਨ ਹੈ, ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਸੋ ਅਸੀਂ ਵੀ ਆਪਣੇ ਆਤਮਕ ਸਰੂਪ ਨੂੰ ਜ਼ਿਹਨ ਵਿੱਚ ਰੱਖ ਕੇ ਆਪ ਦੇ ਮੂਲ ਮਾਲਕ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਅੱਗੇ ਫਰਿਆਦੀ ਹੋਈਏ ਕਿ ਇਸ ਆਤਮਕ ਤਲ ਦੀਆਂ ਸੁਵਿਧਾਵਾਂ ਨੂੰ ਮਾਨਣ ਲਈ, ਇਸ ਦੇ ਗਿਆਨ ਦੀ ਉਪਲਬਧੀ ਲਈ ਸਾਡੇ ਆਪਣੇ ਅੰਦਰੋਂ ਖਾਹਿਸ਼ ਪ੍ਰਗਟ ਹੋਵੇ ਤੇ ਇਸ ਖਾਹਿਸ਼ ਤਹਿਤ ਅਸੀਂ ਅਧਿਆਤਮਕ ਮਾਰਗ ਵੱਲ ਤੁਰੀਏ, ਤਾਂ ਜੋ ਸਾਡਾ ਸੁੱਤਾ ਆਤਮਕ ਸਰੂਪ ਜਾਗੇ, ਜਿਸ ਨਾਲ ਅਸੀਂ ਪਰਮਾਤਮਾ ਵਿੱਚ ਲੀਨ ਹੋ ਸਕੀਏ, ਜੋ ਸਾਡਾ ਅਸਲ ਜੀਵਨ ਮਨੋਰਥ ਹੈ। ਅਧਿਆਤਮ ਕਰਮ ਕਰ ਆਤਮ ਪਰਵੇਸ, ਪਰਮਾਤਮ ਪਰਵੇਸ ਸਰਬਾਤਮ ਲਿਓ ਲੀਨ ਹੈ। ਸਤਿ ਸ੍ਰੀ ਅਕਾਲ।